ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। सरदार जसबीर सिंह जी भट्टी साहब वेलकम, स्वागत है जी आया नूं, सत श्री अकाल। मेरे ਵੱਲੋਂ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ, ਠੀਕ ਠਾਕ? ਬੜੀ ਕਿਰਪਾ ਜੀ। ਖਬਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਵਕਤ ਘਮਸਾਨ ਦਾ ਯੁੱਧ ਹੈ। ਹਾਂਜੀ, ਅੱਜ ਦਿਨ ਤਾਂ ਥੋੜੇ ਹੀ ਰਹਿ ਗਏ। ਹਾਂਜੀ ਜੀ ਜੀ ਜੀ, ਲਗਾਤਾਰ ਤਾਬੜਤੋੜ ਜਿਹੜੇ ਨੇ ਉਹ ਅਟੈਕ ਹੋ ਰਹੇ ਨੇ ਇੱਕ ਦੂਜੇ ਉੱਤੇ। ਬਿਲਕੁਲ ਹੋ ਰਹੇ ਨੇ, ਚੱਪੇ ਚੱਪੇ ਤੇ ਸਿਆਸਤਦਾਨ ਬੈਠੇ ਨੇ। ਕੀ ਕਹਿਣਾ ਚਾਹੋਗੇ? ਪੰਜਾਬ ਨੂੰ ਪਹਿਲੀ ਵਾਰੀ ਇਸ ਤਰ੍ਹਾਂ ਜੰਗ ਦਾ ਮੈਦਾਨ ਬਣਾਇਆ ਗਿਆ। ਅੱਜ ਜਿਹੜੇ ਭਾਜਪਾ ਦੇ ਆਗੂ ਭਾਵੇਂ ਪ੍ਰਧਾਨ ਮੰਤਰੀ ਹੋਣ ਤੇ ਭਾਵੇਂ ਮੰਤਰੀ ਸੰਤਰੀ ਹੋਣ ਤੇ ਭਾਵੇਂ ਭਾਜਪਾ ਦੇ ਪ੍ਰਧਾਨ ਹੋਣ ਤੇ ਨੀਲੀਆਂ ਤੇ ਪੀਲੀਆਂ ਦਸਤਾਰਾਂ ਸਜਾ ਕੇ ਸਟੇਜਾਂ ਤੇ ਬੈਠੇ। ਤੁਹਾਨੂੰ ਯਾਦ ਹੋਏਗਾ ਇੱਕ ਵਾਰੀ ਮਲੋਟ ਵਿਖੇ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਤੇ ਉਹਨਾਂ ਕੁਝ ਸੈਕਿੰਡ ਆਪਣੇ ਸਿਰ ਤੇ ਪੱਗ ਰੱਖੀ ਸੀ, ਬਸ ਰਹਿਣ ਦੇ ਸ਼ੇਰ ਨਾ। ਤੇ ਹੁਣ ਇਸ ਵਾਰੀ ਆਪ ਬਕਾਇਦਾ ਤੌਰ ਤੇ ਦੋ ਮੁੰਡਿਆਂ ਕੋਲ ਦਸਤਾਰ ਸਜਾਈ ਵੀ ਵਧੀਆ ਜਿਹੀ ਸਜਾ ਲਈ, ਜਿਹੜੀ ਸੋਹਣੀ ਲੱਗੇ ਪੱਗ। ਇਸ ਵੇਲੇ ਜਿਹੜੇ ਲੀਡਰ ਨੇ ਕੇਂਦਰੀ ਹਾਈ ਕਮਾਨ ਦੇ ਜਾਂ ਸਟੇਟ ਦੇ ਚੱਪੇ ਚੱਪੇ ਤੇ ਆਪਣੇ ਮੋਰਚੇ ਲਾ ਕੇ ਬੈਠੇ ਨੇ ਤੇ ਵੰਨ ਸੁਵੰਨੇ ਜਿਹੜੇ ਵਾਅਦੇ ਕਰ ਰਹੇ, ਜਿਹਦੇ ਵਿੱਚੋਂ ਡਰੱਗ ਦਾ ਲਗਭਗ ਜਿਹੜਾ ਮਾਮਲਾ ਉਹ ਗਾਇਬ ਆ। ਬਹੁਤ ਥੋੜੇ ਲੈਵਲ ਤੇ ਗੱਲ ਕਰਦੇ, ਜਿਹੜੀ ਵੱਡੇ ਲੈਵਲ ਤੇ ਕੀਤੀ ਜਾਣੀ ਜਿਹਦੀ ਨੌਜਵਾਨ ਨੂੰ ਬਚਾਉਣਾ ਕਿਵੇਂ, ਪ੍ਰਵਾਸ ਕਿਵੇਂ ਰੋਕਣਾ, ਦੂਸ਼ਣਬਾਜ਼ੀ ਦੀ ਗੱਲ ਕੀਤੀ ਜਾ ਰਹੀ ਹੈ। ਪਰ ਇਹਦੇ ਲਈ ਕਸੂਰਵਾਰ ਤੁਸੀਂ ਕਿਹਨੂੰ ਗਿਣਦੇ ਹੋ? ਸੌਰੀ, ਮੈਂ ਤੁਹਾਡੀ ਗੱਲਬਾਤ ਕੱਟ ਰਿਹਾ। ਪੰਜਾਬ ਦੇ ਲੋਕ ਨਹੀਂ ਸਿਆਸਤ ਕਸੂਰਵਾਰ? ਬਿਲਕੁਲ ਬਿਲਕੁਲ ਕਸੂਰਵਾਰ ਨੇ, ਬਿਲਕੁਲ ਪਤਾ ਹੁੰਦਿਆਂ ਵੀ ਛੱਡ ਦੋ, ਚਲੋ ਕਿਸੇ ਨੂੰ ਸਜ਼ਾ ਹੋਈ ਚਾਹੇ ਨਹੀਂ ਸਜ਼ਾ ਹੋਈ, ਫਿਰ ਵੀ ਸਿੰਘ ਫਸਾਈ ਜਾਣਗੇ। ਉਧਰ ਭਾਵੇਂ ਉਹ ਫਲਾਣਾ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕੇ ਤੇ ਘਰੇ ਭਾਵੇਂ ਜਾਂਦਿਆਂ ਨੂੰ 70 ਵਿਛਿਆ ਹੋਵੇ, ਨਸ਼ੇ ਦੇ ਨਾਲ ਓਵਰਡੋਜ਼ ਨਾਲ ਕੋਈ ਮਰਿਆ ਹੋਵੇ, ਆਂਢ ਗੁਆਂਢ ਹੀ ਮਰਿਆ ਹੋਵੇ ਜਿਹਦੇ ਨਾਲ। ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ। ਘਰੋਂ ਭਾਵੇਂ ਉਧਰੋਂ ਫੋਨ ਆ ਜਾਏ ਮਾਸੀ ਦਾ ਮੁੰਡਾ ਚੜਾਈ ਕਰ ਗਿਆ, ਮਾਮੇ ਦਾ ਮੁੰਡਾ ਚੜਾਈ ਕਰ ਗਿਆ। ਹਾਂਜੀ ਤੁਹਾਡੀ ਗੱਲ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਜੀ, ਲੇਕਿਨ ਕੌਣ ਸਮਝਾਵੇ? ਅੱਜ ਦੀ ਡੇਟ ਦੇ ਵਿੱਚ ਤੁਸੀਂ ਜਾ ਕੇ ਵੇਖ ਲਓ, ਜਿਹੜੇ ਉਮੀਦਵਾਰ ਚੋਣਾਂ ਲੜ ਰਹੇ ਨਾ, ਸਵੇਰੇ ਉਹਨਾਂ ਦੇ ਘਰ ਜੀ ਮੋਢੇ ਦਾ ਮੋਢਾ ਖਿੰਦਾ ਹੁੰਦਾ ਸੀ, ਅੱਜ ਉੱਥੇ ਲੋਕ ਜਾ ਨਹੀਂ ਰਹੇ। ਲੋਕ ਭਰੇ ਪੀਤੇ ਪਏ ਨੇ, ਲੋਕ ਚੁੱਪ ਨਹੀਂ ਕੀ ਕੀਤਾ ਜਾਵੇ। ਲੇਕਿਨ ਜਿਹੜੇ ਅੱਗੇ ਲੱਗੇ ਹੁੰਦੇ ਨਹੀਂ ਜੀ, ਨਹੀਂ ਫਲਾਣੇ ਨੂੰ ਵੋਟ ਪਾਉਣੀ ਹੈ, ਢੀਵੇਂ ਨੂੰ ਪਾਉਣੀ, ਇਹਨੂੰ ਕਾਮਯਾਬ ਕਰ ਦੇਗੇ, ਇਹਨੂੰ ਕਾਮਯਾਬ ਦੇਗੇ। ਪੱਤਰਕਾਰ ਮੇਰੀ ਗੁੱਡੀਆਂ ਚੈੱਕ ਕਰ ਦਿੰਦੇ ਫਲਾਣੀ ਗੱਲ ਕੀਤੀ। ਅੱਜ ਜਿਸ ਤਰੀਕੇ ਨਾਲ ਚੱਪੇ ਚੱਪੇ ਤੇ ਪਹਿਲੀ ਵਾਰੀ ਏਡੀ ਵੱਡੀ ਗੇਮ ਚਲਾਈ ਆ ਭਾਜਪਾ ਨੇ ਪੰਜਾਬ ਦੇ, ਕਿੰਨਾ ਸਿਸਟੇਮੈਟਿਕਲੀ ਬਕਾਇਦਾ ਤੌਰ ਤੇ ਸੌਦਾ ਜਿਹੜਾ ਹੈਗਾ ਸਾਡਾ ਬਾਬਾ ਰਾਮ ਰਹੀਮ ਨੂੰ ਬਾਹਰ ਲਿਆਂਦਾ, ਸੌਦੇ ਵਾਲੇ ਨੂੰ, ਉਹਨੂੰ ਲਿਆ ਕੇ ਉਹਦੀਆਂ ਵੋਟਾਂ ਬਟੋਰਨ ਦੀ ਗੱਲ ਕੀਤੀ ਜਾ ਰਹੀ। ਕਿੰਨੀਆਂ ਵੋਟਾਂ ਪੈਂਦੀਆਂ ਉਹਦੀਆਂ, ਇਹ ਤੇ ਭਵਿੱਖ ਦੀ ਬੁੱਕਲ ਦੇ ਵਿੱਚ ਛੁਪਿਆ ਵਾ। 69 ਸੀਟਾਂ ਦੇ ਵਿੱਚੋਂ ਕੋਈ 15 ਸੀਟਾਂ ਦੇ ਸਿੱਧੇ ਤੇ 30 ਸੀਟਾਂ ਦੇ ਉੱਤੇ ਅਸਿੱਧੇ ਤੌਰ ਤੇ ਉਹ ਜਿਹੜਾ ਪ੍ਰਭਾਵ ਪਾ ਰਿਹਾ ਉਹਦੇ ਜਿਹੜੇ ਵੋਟਰ ਨੇ। ਇੱਥੋਂ ਤੱਕ ਕਿ ਬਕਾਇਦਾ ਤੌਰ ਤੇ ਐਤਕੀ ਉਹਨਾਂ ਨੇ ਜਿਹੜਾ ਉਹਦਾ ਕੁੜਮ ਹਰਮਿੰਦਰ ਸਿੰਘ ਜੱਸੀ ਮੌੜ ਹਲਕੇ ਤੋਂ ਲੜ ਰਿਹਾ, ਉਹਨਾਂ ਨੇ ਕਹਿਤਾ, ਰਾਮ ਸਿੰਘ ਨੇ ਕੱਲ ਕਹਿਤਾ ਵੀ ਅਸੀਂ ਆਪਣੀਆਂ ਟੀਮਾਂ ਲਾਤੀਆਂ ਨੇ ਜਿਤਾਉਣ ਵਾਸਤੇ ਉਹਨੂੰ, ਭਾਵੇਂ ਉਹ ਆਜ਼ਾਦ ਹੀ ਖੜਾ, ਲੇਕਿਨ ਅਸੀਂ ਜਿੱਦਾਂ ਮਰਜ਼ੀ ਜਿਤਾਵਾਂਗੇ, ਹਰ ਪ੍ਰਕਾਰ ਦੇ ਹੱਥ ਖੰਡੇ ਵਰਤਾਂਗੇ। ਜੇ ਉਹਨੂੰ ਜਿਤਾਉਂਦੇ ਆ ਤੇ ਉਹ ਜਿੱਤ ਜਾਂਦਾ ਵਾ ਤੇ ਫਿਰ ਜੇ ਮੰਨ ਲਾਂਗੇ ਅਸੀਂ ਵੀ ਵਾਕਈ ਵੀ ਬਾਬੇ ਦੇ ਜਿਹੜੇ ਹੈਗੇ ਆ ਸਿੱਪਾ ਸਾਹਿਬ ਨੂੰ ਤਾਕਤ ਹੈਗੀ, ਤੇ ਜੇ ਉਹ ਹਾਰ ਗਿਆ ਤੇ ਫਿਰ ਸਮਝ ਜਾਵਾਂਗੇ ਵੀ ਇਹ ਸਾਰਾ ਬੰਦੇ ਹੋਵੇ ਵੀ ਫੂਸ ਹੀ ਹੈ। ਕਿਉਂ ਪਿਛਲੀ ਵਾਰੀ ਵੀ ਬਕਾਇਦਾ ਤੌਰ ਤੇ ਅਕਾਲੀਆਂ ਨੇ ਉਹਦਾ ਸਪੋਰਟ ਲਈ ਸੀ ਬਾਬੇ ਦੇ ਪੈਰੋਕਾਰਾਂ ਦੀ, ਲੇਕਿਨ ਉਹਨਾਂ ਦੇ ਪੱਲੇ ਕੱਖ ਨਹੀਂ ਸੀ। ਜੀ ਜੀ, ਇਸ ਕਰਕੇ ਐਤਕੀ ਵੇਖੋ ਨਾ, ਚੱਪੇ ਚੱਪੇ ਤੇ ਸਾਰੇ ਆਗੂ ਬੈਠੇ ਨੇ ਤੇ ਆਪੀ ਆਪਣੀ ਗੱਲ ਕਰ ਰਹੇ। ਲੇਕਿਨ ਕਾਂਗਰਸ ਜਿਹੜੀ ਅੰਦਰੂਨੀ ਸੀਟ ਜਿਹੜਾ ਚੱਲ ਰਿਹਾ ਤੂੰ ਤੇ ਚੰਨੀ ਦੇ ਵਿੱਚ, ਅੱਜ ਚੰਨੀ ਵਿਚਾਰਾ ਕੱਲਾ ਹੀ ਤੁਰਿਆ ਫਿਰਦਾ ਪੰਜਾਬ ਦੇ ਵਿੱਚ, ਜਾਂ ਮੋੜਾ ਮੋਟਾ ਸਾਥ ਉਹਦੇ ਕੇਂਦਰੀ ਹਾਈਕਮਾਂਡ ਦੇ ਲੋਕਲ ਲੀਡਰ ਕੋਈ ਚੰਨੀ ਨਾਲ ਸਾਥ ਨਹੀਂ ਦੇ ਰਿਹਾ, ਕੱਲਾ ਹੀ ਕਦੀ ਕਿਤੇ ਪ੍ਰਚਾਰ ਕਰਨ ਜਾਂਦਾ, ਕਦੀ ਕਿਤੇ ਪ੍ਰਚਾਰ ਕਰਨ ਜਾਂਦਾ। ਨਹੀਂ ਤੇ ਏਡਾ ਵੱਡਾ ਸਾਬਕਾ ਮੁੱਖ ਮੰਤਰੀ ਹੋਵੇ ਤੇ ਉਹਦੇ ਨਾਲ 2-4 ਬੰਦੇ ਲੀਡਰ ਤੇ ਹੁੰਦੇ ਆ ਨਾ। ਜੀ 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 ਜੀ, ਮਤਲਬ ਮੈਂ ਇਹ ਕਹਿ ਲਵਾਂ, ਜੇ ਕਿਤੇ ਚੰਨੀ ਨੂੰ ਅਜੇ ਤੱਕ ਵੀ ਸਾਡੀਆਂ ਉਸ ਜਾਤਾਂ ਨੇ ਨਹੀਂ ਪ੍ਰਵਾਨ ਕੀਤਾ ਤਾਂ ਕੋਈ ਅੱਤ ਕਥਰੀ ਨਹੀਂ ਹੋਊਗੀ, ਲੇਕਿਨ ਉਹਨਾਂ ਦੀ ਮਜਬੂਰੀ ਆ ਕਿ ਬਹੁਤ ਗਿਣਤੀ ਇਸ ਵੇਲੇ ਦਲਿਤਾਂ ਦੀ ਪੰਜਾਬ ਦੇ
ਉਹ ਬਿਲਕੁਲ ਚੁੱਪ ਨੇ, ਉਹ ਕੋਈ ਗੱਲ ਨਹੀਂ ਕਰਦੇ ਕਿ ਅਸੀਂ ਵੋਟ ਕਿਹਨੂੰ ਪਾਣੀ। ਕਹਿੰਦੇ ਠੀਕ ਹੈ ਜਿਹਨੂੰ ਕਹੋ ਪਾ ਦੇਣਗੇ। ਮੈਂ ਕਿਹਾ ਕਿਹਨੂੰ? ਤੁਹਾਨੂੰ ਪਾ ਦੇਣਗੇ। ਦੂਜਾ ਕਿਹਾ ਤੁਹਾਨੂੰ ਪਾ ਦੇਣਗੇ, ਤੁਹਾਨੂੰ ਪਾ ਦੇਣਗੇ। ਕਰੇ ਕੀ ਹੁਣ? ਕਰੇ ਕੀ ਮਤਲਬ ਆਪਾਂ ਕਰੇ ਕੀ? ਜਿਹੜਾ ਅਸੀਂ ਦੇਖਿਆ ਵਾ, ਮੈਂ ਸਾਡਾ ਹਲਕਾ ਖੰਡੂਰ ਸਾਹਿਬ ਪੈਂਦਾ ਸੀ, ਅਸੀਂ ਵੀ ਚਲੋ ਚਾਵਲਾ ਇਲੈਕਟ੍ਰੋਨਿਕਸ, ਹੁਣ ਤਾਂ ਕੀ ਲੁਕਣਾ, ਸਾਰਿਆਂ ਨੂੰ ਪਤਾ ਹੀ ਆ ਨਾ। ਪਿੰਡੋਂ ਵੀ ਬੰਦੇ ਆ ਗਏ ਇੱਥੇ, ਮਤਲਬ ਮੈਂ ਕੀ ਕਰਦਾ ਸੀ, ਮੈਂ ਕਿੰਨਾ ਦਾ ਬੱਚਾ, ਮੈਂ ਤੇ ਉਦੋਂ ਵੀ ਆ ਕੇ ਦੱਸ ਦਿੱਤਾ ਸੀਗਾ ਵੀ ਆਹ ਗਲੀ ਆ, ਆਹ ਮਹੱਲਾ, ਆਹ ਹਸਪੀਟਲ ਤੇ ਨੁੱਕਰ ਤੇ ਘਰ ਆ, ਐਂਡ ਦੇ ਵਿੱਚ ਜਾ ਕੇ ਚਾਹ ਪਾਣੀ ਪਿਆਉਣਗੇ ਤੁਹਾਨੂੰ ਜੇ ਤੁਸੀਂ ਜਾ ਕੇ ਮਿਲੋਗੇ। ਤੇ ਮੈਨੂੰ ਪੁੱਛਿਆ ਸੀ ਕਿਸੇ ਨੇ, ਹਨਾ, ਲੁਕੋਇਆ ਨਹੀਂ। ਅੱਜ ਜਦੋਂ ਉੱਥੇ ਦੁਕਾਨ ਕਰਦੇ ਸੀ, ਉੱਥੇ ਮਾਸਟਰ ਜਗੀਰ ਸਿੰਘ ਹੁੰਦੇ ਸੀ ਜਦੋਂ ਬਣੇ ਖੰਡੂਰ ਸਾਹਿਬ, ਤੁਹਾਨੂੰ ਯਾਦ ਹੋਊਗਾ ਜੀ। ਹਾਂ ਬਿਲਕੁਲ ਬਣੇ ਸੀ, ਬਿਲਕੁਲ। ਉਹ ਆਏ ਪਿੰਡ ਦੇ ਮੋਹਤਵਾਰ, ਉਹਨਾਂ ਨਾਲ ਆਏ, ਅਸੀਂ ਖੜੇ ਹੋ ਕੇ ਜੀ ਹਾਂਜੀ ਹਾਂਜੀ ਤੁਹਾਨੂੰ ਜੀ, ਮਤਲਬ ਹਨਾ। ਉਦੋਂ ਬਾਅਦ ਦੂਜੇ ਆ ਗਏ, ਤੁਹਾਨੂੰ ਜੀ। ਉਦੋਂ ਦੋ ਹੀ ਜਾਣੇ ਸੀ, ਅਕਾਲੀ ਕਾਂਗਰਸੀ, ਠੀਕ ਹੈ। ਤੇ ਉਹ ਅਸੀਂ ਮਤਲਬ ਇਹ ਤਾਂ ਜਿੱਦਾਂ ਹੁਣ ਜਿਹੜਾ ਵੀ ਆਇਆ ਉਹਨੂੰ ਹੱਥ ਜੋੜ ਕੇ, ਇੱਥੇ ਵੀ ਤੇ ਇਹੀ ਹੁੰਦਾ, ਇੱਥੇ ਵੀ ਚੋਣਾਂ ਹੁੰਦੀਆਂ ਨੇ ਤੇ ਜਿਹੜਾ ਹੁੰਦਾ ਹਾਂਜੀ ਵੇਖਾਂਗੇ। ਕਈ ਬੰਦੇ ਜਿਹੜੇ ਆ ਉਹ ਸਵਾਲ ਕਰਦੇ ਆ, ਹੁਣ ਉੱਥੇ ਲੋਕ ਸਵਾਲ ਕਰਨਾ ਸ਼ੁਰੂ ਕਰਤਾ, ਕਈ ਬੰਦੇ ਸਵਾਲ ਕਰਦੇ ਉੱਥੇ ਵੀ ਕੀਤਾ ਕੀ ਆ, ਕਰੋਗੇ ਕੀ, ਤੁਸੀਂ ਲਾਰੇ ਕੀ ਲਾਏ ਸੀ, ਤੁਸੀਂ ਆਹ ਨਹੀਂ ਕੀਤਾ, ਤੁਸੀਂ ਉਹ ਨਹੀਂ ਕੀਤਾ, ਹਨਾ। ਜੀ ਜੀ ਉੱਥੇ ਵੀ ਲੋਕ ਸਵਾਲ ਕਰਦੇ। ਪਰ ਜਿਹੜੇ ਆਮ ਲੋਕ ਨੇ ਉਹ ਕਹਿੰਦੇ ਠੀਕ ਆ ਜੀ, ਵੇਖਦੇ ਆ ਜੀ। ਉਹ ਜਿਹੜੇ ਇੱਕ ਚੁੱਪ 100 ਸੁੱਖ ਵਾਲੀ ਗੱਲ ਕਹਿੰਦੇ ਆ। ਜੀ ਬਿਲਕੁਲ ਬਿਲਕੁਲ। ਅੱਛਾ ਚਲੋ, ਅੱਜ ਤੋਂ ਨਾ ਕਈ ਵਾਰੇ ਪਹਿਲਾਂ ਜਦੋਂ ਸਿੱਖ ਇਤਿਹਾਸ ਦੇ ਪੰਨੇ ਸ਼ੁਰੂ ਕੀਤਾ ਨਾ, ਤੇ ਉਹਦੇ ਵਿੱਚ ਨਨਕਾਣਾ ਸਾਹਿਬ ਦਾ, ਕਰਤਾਰਪੁਰ ਸਾਹਿਬ ਦਾ, ਹੋਰ ਉੱਥੋਂ ਦੇ ਗੁਰਦੁਆਰਾ ਸਾਹਿਬ ਦਾ ਜ਼ਿਕਰ ਆਉਂਦਾ ਸੀ। ਤੇ ਮੈਂ ਕਿਹਾ ਵੀ ਉਹ ਅੰਗਰੇਜ਼ ਪਤਾ ਨਹੀਂ ਰਾਤ ਨੂੰ ਸੁੱਤਿਆ ਪਿਆ, ਪਤਾ ਨਹੀਂ ਸਵੇਰੇ ਉੱਠਿਆ, ਰਾਤ ਦਾ ਉਹਨੇ 2 ਪੈਗ ਲਾਏ, ਹੁਣ ਇੱਦਾਂ ਲੀਕ ਫੇਰ ਦਿੱਤੀ, ਹਨਾ। ਤੇ ਉਹੋ ਜਿਹੇ ਸਾਡੇ ਗਾਂ ਉਸ ਵਕਤ ਦੇ ਧੂਤੇ ਉਹਨਾਂ ਨੇ ਵੇਖਿਆ ਨਹੀਂ, ਜਾਂ ਫਰਵਾ ਦਿੱਤੀ ਵੀ ਇੱਥੇ ਕਿ ਮੇਰੀ ਜਾਇਦਾਦ ਇੱਧਰ ਰਹਿ ਜੇ ਤੇ ਇਹਨਾਂ ਦੀ ਇੱਧਰ ਰਹਿ ਜੇ, ਹਨਾ। ਉਹਦੇ ਵਿੱਚ ਕਰਤਾਰਪੁਰ ਸਾਹਿਬ, ਚਲੋ ਨਨਕਾਣਾ ਸਾਹਿਬ ਦੂਰ ਸੀ ਜੇ ਲਾਹੌਰ 'ਚ ਭੇਜਦਾ, ਨਨਕਾਣਾ ਸਾਹਿਬ ਨਹੀਂ ਤੇ ਕਰਤਾਰਪੁਰ ਸਾਹਿਬ ਤੇ ਲੈ ਲੈਂਦੇ। ਕਿਸੇ ਨੇ ਇੱਕ ਜਿਹੜੀ ਅੜੀ ਨਹੀਂ ਕੀਤੀ ਉਹਦੇ ਵੀ, ਕਰਤਾਰਪੁਰ ਸਾਹਿਬ ਤੇ ਪਈ ਆ ਕਿੰਨਾ ਕਿਹਾ ਇਹ ਦੇ ਦਿਓ ਸਾਨੂੰ, ਪਤਾ ਨਹੀਂ ਕਿਵੇਂ ਵੰਡ ਕੀਤੀ ਕਿਵੇਂ ਨਹੀਂ ਕੀਤੀ। ਕਰਤਾਰਪੁਰ ਸਾਹਿਬ ਦੀ ਗੱਲ ਕਰਦੇ ਹੋ ਜੀ, ਤੁਹਾਨੂੰ ਪਤਾ ਹੋਏਗਾ ਫਿਰੋਜ਼ਪੁਰ ਦਾ ਕੁਝ ਇਲਾਕਾ ਸੀ ਜਿਹੜਾ ਸੀ ਉਹਨਾਂ ਨੇ ਚੇਂਜ ਕੀਤਾ ਸੀ। ਭਾਈ ਆਹ ਇਲਾਕਾ ਤੁਸੀਂ ਲੈ ਲਓ, ਉਹ ਸਾਨੂੰ ਉਹ ਬਾਅਦ ਚ ਵੀ ਚੇਂਜ ਹੋਇਆ, 47 ਦੀ ਵੰਡ ਤੋਂ ਬਾਅਦ ਵੀ ਚੇਂਜ ਕੀਤਾ। ਇਹ ਵੀ ਇਲਾਕਾ ਚੇਂਜ ਕਰ ਸਕਦੇ ਸਨ, ਲੇਕਿਨ ਉਸ ਟਾਈਮ ਤੇ ਹਾਈ ਕਮਾਂਡ ਕੌਣ ਬੈਠੀ ਸੀ? ਦਿੱਲੀ। ਗੱਲ ਤੇ ਦਿੱਲੀ ਚੱਲਣੀ ਸੀ। ਬਸ 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 ਦਿੱਲੀ ਵਾਲੇ ਤੇ ਵੇਖ ਕੇ ਰਾਜੀ ਨਹੀਂ ਸੀ ਵੀ ਇਹ ਇੱਥੇ ਕਰਦੇ ਕੀ ਆ। ਜਿਹੜੀ ਗੱਲ ਤੁਸੀਂ ਗੱਲ ਕਹੀ ਆ ਜੀ, ਬਕਾਇਦਾ ਤੌਰ ਤੇ ਜਦੋਂ ਇਹ ਲੀਕ ਵੱਜੀ ਆ, ਲੀਕ ਵਾਰਨ ਵਾਲਾ ਇੱਥੇ ਆਇਆ ਹੀ ਨਹੀਂ, ਉੱਥੋਂ ਹੀ ਨਕਸ਼ਾ ਵੇਖ ਕੇ ਲੀਕ ਮਾਰਤੀ। ਉਹੀ ਸੁੱਤੇ ਪਿਆ ਉੱਠ ਕੇ ਲੀਕ ਮਾਰਤੀ 2 ਪੈਗ ਲਾ ਕੇ। ਤੇ ਮੁਸਲਿਮ ਲੀਗ ਜਿਹਨੇ ਬਣਾਈ ਸੀਗੀ, ਜਿਹਨੇ ਕਿਹਾ ਕਿ ਅਸੀਂ ਮੁਸਲਿਮ ਲੀਗ ਪਾਕਿਸਤਾਨ ਲੈਣਾ, ਉਹ ਗੁਜਰਾਤ ਦਾ ਰਹਿਣ ਵਾਲਾ ਜਨਾਬ ਸੀਗਾ, ਪੰਜਾਬ ਦਾ ਰਹਿਣ ਵਾਲਾ ਨਹੀਂ ਸੀਗਾ। ਲੇਕਿਨ ਉਹ ਭਲੀ ਭਾਂਤ ਜਾਣਦਾ ਸੀ ਵੀ ਜੇ ਪੰਜਾਬ ਨੂੰ ਸ਼ਾਮਲ ਨਾ ਕੀਤਾ ਗਿਆ ਤੇ ਬਕਾਇਦਾ ਤੌਰ ਤੇ ਜਿਹੜਾ ਪਾਕਿਸਤਾਨ ਅਧੂਰਾ ਰਹੇਗਾ। ਉਹਦੀ ਖਾਸ ਗੁੜਗਾਉਂ ਤੱਕ ਸੀ। ਬਕਾਇਦਾ ਤੌਰ ਤੇ ਕਪੂਰ ਸਿੰਘ ਵਰਗੇ ਜਿਹੜੇ ਸਾਡੇ ਯੋਧੇ ਬੰਦੇ ਸੀ, ਉਹਨਾਂ ਨੂੰ ਤਿਆਰ ਕਰ ਲਿਆ ਵੀ ਤੁਹਾਨੂੰ ਇੱਕ ਵੱਖਰਾ ਕੀਤਾ ਜਾਊਗਾ, ਤੁਸੀਂ ਸਾਡੇ ਨਾਲ ਆ ਜਾਓ। ਜੇ ਆ ਜਾਂਦੇ ਤੇ ਅੱਜ ਜਿਹੜੀ ਦਿੱਲੀ ਰਾਜਧਾਨੀ ਨਾ ਹੁੰਦੀ ਹਿੰਦੁਸਤਾਨ ਦੀ, ਉਹ ਵਾਕਈ ਫਿਰ ਕਲਕੱਤਾ ਹੀ ਹੁੰਦੀ, ਬੰਬੇ ਹੁੰਦੀ ਹੈ ਕਲਕੱਤਾ। ਬਿਲਕੁਲ। ਇਸ ਕਰਕੇ ਜਿਹੜਾ ਸੀ ਉਦੋਂ ਫਿਰ ਜਿਹੜੀ ਸਾਡੀ ਸਿੱਖ ਲੀਡਰਸ਼ਿਪ ਸੀ, ਉਹਨਾਂ ਕਿਹਾ ਵੀ ਨਹੀਂ ਬਈ ਸਾਡਾ ਜਿਹੜਾ ਇਤਿਹਾਸ ਹੈ ਨਾ ਕੁਝ ਹੋਰ ਤਰ੍ਹਾਂ ਦਾ, ਜਿੱਥੇ ਅਸੀਂ ਹੈਗੇ ਉੱਥੇ ਰਹੀਏ। ਮੁਸਲਮਾਨਾਂ ਦੀ ਤੇ ਸਿੱਖਾਂ ਦੀ ਆਬਾਦੀ ਮਿਲਾ ਕੇ ਵੀ ਇਸ ਖੇਤਰ ਜਿੱਥੇ ਅਸੀਂ ਬੈਠੇ ਆ, ਉਹਨਾਂ ਦੇ ਬਰਾਬਰ ਵੀ ਨਹੀਂ ਸੀ ਆਉਂਦੀ। ਇਸ ਖੇਤਰ 'ਚ 65% ਦੀ ਆਬਾਦੀ ਮੁਸਲਮਾਨਾਂ ਦੀ ਸੀਗੀ, 13% ਸਿਰਫ ਚੜੇ ਗਏ ਸਿੱਖ ਸੀਗੇ, 27% ਮੇਰੇ ਖਿਆਲ ਸ਼ਾਇਦ ਜਿਹੜੇ ਸੀ ਹਿੰਦੂ ਹੋਣਗੇ, ਇਸ ਤੋਂ ਆਬਾਦੀ ਨਹੀਂ ਹੁੰਦੀ, ਜਿਹਦੇ ਕਰਕੇ ਉਹਨਾਂ ਆਬਾਦੀ ਨੂੰ ਵੀ ਮੁੱਖ ਰੱਖਣਾ ਸੀਗਾ। ਹੁਣ ਸਾਡਾ ਵੱਡਾ ਘੱਲੂਘਾਰਾ, ਇੰਨੀ ਗੱਲ ਜ਼ਰੂਰ ਕਹੀ ਸੀ ਵਾਇਸਰਾਏ ਨੇ ਉਦੋਂ, ਭਾਈ ਜਦੋਂ ਨਨਕਾਣਾ ਮੰਗਿਆ ਸੀ, ਨਨਕਾਣਾ ਸਾਹਿਬ ਸੁਣਦੇ ਸੀ, ਉਹ ਕਹਿੰਦਾ ਇਹ ਪੋਸੀਬਲ ਨਹੀਂ, ਲੇਕਿਨ ਤੁਹਾਨੂੰ ਕੁਛ ਦੇਵਾਂਗਾ ਜ਼ਰੂਰ ਮੈਂ। ਤਾਂ ਸਾਨੂੰ ਅੰਮ੍ਰਿਤਸਰ ਮਿਲਿਆ ਸੀ, ਉਹਦੇ ਵਿੱਚ ਵੀ ਨਹੀਂ ਵੀ ਅੰਮ੍ਰਿਤਸਰ ਸਿੱਖਾਂ ਨੂੰ ਦੇ ਦਿਓ, ਚੰਗੀ ਗੱਲ ਆ, ਇਹ ਇਹਨਾਂ ਦਾ ਬੱਕਾ ਹੋਇਆ। ਅਦਰਵਾਈਜ਼ ਸ਼ਾਇਦ ਨਾ ਮਿਲਦਾ। ਜਿਹੜੀ ਕਰਤਾਰਪੁਰ ਸਾਹਿਬ ਦੀ ਗੱਲ ਕਰਦੇ ਤਾਂ ਅੱਜ ਵੀ ਹੋ ਸਕਦੀ ਹੈ ਜੇ ਸਾਡੀਆਂ ਸਰਕਾਰਾਂ ਸਿੰਸੀਅਰ ਹੋਣ ਤੇ। ਕਿੰਨਾ ਕੁ ਇਲਾਕਾ ਕਿਤੇ ਚਲੋ
3 ਤਹਿਸੀਲਾਂ ਸੀ ਨਾ, ਇੱਕ ਗੁਰਦਾਸਪੁਰ ਸੀ ਤੇ ਮੇਰੇ ਖਿਆਲ ਇੱਕ ਨਾਰੋਵਾਲ ਸੀ ਤੇ ਇੱਕ ਛੋਕਰ ਚੱਕ, 2 ਤਹਿਸੀਲਾਂ ਸੀ ਉਹਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ। ਹਾਂਜੀ ਹਾਂਜੀ ਹਾਂ, ਸੌਰੀ ਨਾਰੋਵਾਲ ਡਿਸਟ੍ਰਿਕਟ ਦੇ ਵਿੱਚ 2 ਤਹਿਸੀਲਾਂ ਇੱਧਰ ਆ ਗਈ, ਇੱਕ ਉੱਧਰ ਚਲੀ ਗਈ। ਜੇ ਕੋਸ਼ਿਸ਼ ਕਰਦੇ ਤਾਂ ਨਾਰੋਵਾਲ ਡਿਸਟ੍ਰਿਕਟ ਤੇ ਰੱਖ ਸਕਦਾ ਸੀ, ਕਿਸੇ ਕੋਸ਼ਿਸ਼ ਕੀਤੀ ਨਹੀਂ ਉਦੋਂ। ਬਸ ਉਹ ਤਾਂ ਗੱਲ ਤੇ ਆ ਨਾ ਵੀ ਮਤਲਬ ਚਲੋ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਇੱਕ ਸਰਦਾਰ ਬਾਜੋ ਜੀ, ਸਰਦਾਰ ਬਾਜੋ। ਉਹ ਸਰਕਾਰ ਹੀ ਕਹਿੰਦੇ ਸੀ ਉਹਨੂੰ, ਸਰਕਾਰ ਵੀ ਕਹਿੰਦੇ ਸੀ, ਸਰਦਾਰ ਵੀ ਕਹਿੰਦੇ ਸੀ। ਕਈ ਇੱਥੇ ਨਾ ਇੱਕ ਲੰਬੀ ਚੌੜੀ ਬਹਿਸ ਹੋਈ, ਤੁਹਾਨੂੰ ਪਤਾ ਭੱਟੀ ਸਾਹਿਬ? ਨਹੀਂ, ਮੈਨੂੰ ਨਹੀਂ ਪਤਾ। ਇੱਕ ਨਾ ਆਰਟੀਕਲ ਹੈਗਾ, ਕੋਈ ਸਰਕਾਰ ਕਹਿੰਦਾ, ਕੋਈ ਸਰਦਾਰ ਕਹਿੰਦਾ। ਸ਼ਾਹ ਮੁਹੰਮਦ ਦਾ ਇੱਕ ਸਰਦਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਕਹਿੰਦਾ ਇੱਕ ਉਹ ਕਈ ਉੱਥੇ ਮਤਲਬ ਕਿਤਾਬ ਆ ਮੇਰੇ ਕੋਲ, ਮੈਂ ਪੰਨਾ ਮਰੋੜ ਕੇ ਰੱਖਿਆ, ਮੈਂ ਲੱਭ ਕੇ ਤੁਹਾਨੂੰ ਉਹਦਾ ਹਵਾਲਾ ਦਊਂਗਾ ਜੀ। ਇਹ ਵੀ ਇੱਥੇ ਵੀ ਚਰਚਾ ਚੱਲਦੀ। ਖੈਰ ਨਹੀਂ, ਬਹੁਤ ਥੈਂਕ ਯੂ ਵੈਰੀ ਮੱਚ। ਤੇ ਆਪਾਂ ਜੇ ਗੱਲ ਕਰੀਏ ਤਾਂ ਨਨਕਾਣਾ ਸਾਹਿਬ ਦੀ ਕਰ ਰਹੇ ਸਾਂ ਤੇ ਕਰਤਾਰਪੁਰ ਸਾਹਿਬ ਦੀ। ਜੇ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਭਾਰਤ ਵਿੱਚ ਹੁੰਦਾ ਤਾਂ ਦੇਸ਼ ਦੀ ਸ਼ਕਤੀ ਕੁਝ ਹੋਰ ਹੀ ਹੁੰਦੀ। ਕਿਆ ਬਾਤ ਹੈ, ਬੜੀ ਦੇਰ ਕਰਤੀ ਮਿਹਰਬਾਨ ਤੇ ਆ। ਤੇ ਇਹੀ ਤੇ ਅਸੀਂ ਕਹਿੰਦੇ ਆ ਵੀ ਸਾਡੀ ਵਸੋਂ ਜਿਹੜੀ ਇੰਨੀ ਉਜੜਦੀ ਨਾ ਉਦੋਂ। ਹਾਂਜੀ, ਮੈਂ ਤਾਂ ਕਈ ਵਾਰੀ ਕਹਿੰਦਾ ਨਾ, ਮੈਂ ਤੇ ਪੱਟੀ ਸਾਹਿਬ ਕਹਿੰਦਾ ਨਾ ਕਿ ਨਾ ਵੱਡਾ ਘੱਲੂਘਾਰਾ ਹੁੰਦਾ ਨਾ ਛੋਟਾ ਘੱਲੂਘਾਰਾ ਹੁੰਦਾ, ਤੇ ਸਾਡੀ 8, 10, 15, 20 ਕਰੋੜ ਤੇ ਆਬਾਦੀ ਹੁੰਦੀ ਨਾ, ਜ਼ਿਆਦੀ ਹੋਣੀ ਸੀ। ਜੀ 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 ਜੀ। ਹਾਂਜੀ, ਜਿਹੜੇ 6 ਮਹੀਨਿਆਂ ਬਾਅਦ ਜਾ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਫੇਰ ਨੱਕ ਨੱਚਣੇ ਚ ਪਾ ਦਿੰਦੇ ਨੇ, ਤੇ ਉਹਦੀ ਪਾਪੂਲੇਸ਼ਨ ਕਿੰਨੀ ਹੁੰਦੀ ਅੱਜ ਦੁਨੀਆ ਤੇ? ਬਿਲਕੁਲ ਬਿਲਕੁਲ ਬਿਲਕੁਲ। ਚਲੋ ਕਹਿੰਦੇ ਨੇ ਕਿ ਜੰਗਲ 'ਚ ਸ਼ੇਰ ਘੱਟ ਹੀ ਹੁੰਦੇ ਆ। ਹਾਂਜੀ, ਚਲੋ ਆਪਾਂ ਇਹ ਕਹਿ ਕੇ ਸਾਰ ਲੈਂਦੇ ਆ ਨਾ। ਜੀ, ਰਾਜਨਾਥ ਸਿੰਘ ਹੁਣਾਂ ਦੇ ਬਿਆਨ ਤੇ ਤੁਸੀਂ ਟਿੱਪਣੀ ਕਰ ਦਿੱਤੀ ਆ। ਦੇਖੋ, ਮੈਂ ਟਿੱਪਣੀ ਕਰਦਾ ਵਾਂ ਕਿ ਰਾਜਨਾਥ ਸਿੰਘ ਹੋਰਾਂ ਨੂੰ ਇਹ ਖਿਆਲ ਰੱਖਣਾ ਚਾਹੀਦਾ ਵੀ ਉਦੋਂ ਇਹਨਾਂ ਦੀ RSS ਹੋਂਦ ਆ ਚੁੱਕੀ ਸੀ। RSS ਦਾ 1925 ਤੋਂ ਲੈ ਕੇ 1947 ਤੱਕ ਇੱਕ ਵੀ ਕੰਮ ਖਾਦੇ ਜਿਹੜਾ ਇਨਕਲਾਬੀ ਹੈ, ਇੱਕ ਵੀ ਕੋਈ ਕੰਮ ਕੀਤਾ, ਇੱਕ ਵੀ ਕੀਤਾ। ਅੱਜ ਤੁਸੀਂ ਦੂਸਰਿਆਂ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਉਹ ਪੀੜੀ ਤੋਂ ਛੁੱਟਾ ਫਿਰੋ ਵੀ RSS ਦਾ ਕੰਮ ਕੀ ਕੀਤਾ ਛੱਡੋ। ਜੇ RSS ਕੋਸ਼ਿਸ਼ ਕਰਦੀ ਸ਼ਾਇਦ ਮਿਲ ਜਾਂਦਾ, ਕਿਉਂ ਅੰਗਰੇਜ਼ ਬਹੁਤ ਨੇੜੇ ਸੀ RSS ਦੇ। RSS ਉਹਨਾਂ ਦੇ ਐਜ ਏ ਪਿੱਠੂ ਵਾਂਗ ਕੰਮ ਕਰਦੀ ਸੀ, ਉਹਨਾਂ ਦੀ CID ਬਤੌਰ ਕੰਮ ਕਰਦੀ ਸੀ। ਇਸੇ ਕਰਕੇ ਬੈਨ ਕੀਤੀ ਸੀ ਜਿਹੜੀ ਜੀ ਪੰਡਿਤ ਜਵਾਹਰ ਲਾਲ ਨਹਿਰੂ ਨੇ, ਇਹਨੂੰ ਬੈਨ ਕਰ ਦਿਓ ਵੀ ਇਹ ਦੇਸ਼ ਦੇ ਹਿੱਤ ਨਹੀਂ ਹੈ। ਇਹਨਾਂ ਦੇ ਮੁੜ ਕੇ ਸਮਾਜ ਸੇਵੀ ਕੰਮ ਕੀਤੇ, ਬਾਹਰ ਦੀ ਜੰਗ 'ਚ ਕੁਛ ਕੰਮ ਕੀਤਾ ਤੇ ਬੈਨ ਪਿਆ ਨਹੀਂ, ਤੇ ਬੈਨ ਲਾਇਆ ਸੀ ਬਕਾਇਦਾ ਇਸੇ ਕਰਕੇ। RSS ਚਾਹੁੰਦੀ ਤੇ ਪੰਜਾਬ ਦਾ ਹੋਰ ਹਿੱਸਾ ਵੀ ਲੈ ਸਕਦੀ ਸੀ, ਲੇਕਿਨ ਜਿਹੜਾ ਅਸੀਂ ਜਨਾਹ ਉਹਨੇ ਬੜੇ ਸਿਸਟੇਮੈਟਿਕਲੀ ਗੁਜਰਾਤ ਤੋਂ ਉੱਠ ਕੇ ਆ ਕੇ ਲਾਹੌਰ ਡੇਰੇ ਲਾ ਲਈ ਵੀ ਨਹੀਂ ਅਸੀਂ ਪਾਕਿਸਤਾਨ ਲੈਣਾ, ਪੰਜਾਬ ਹੀ ਲੈਣਾ। ਜੇ ਸਾਡੇ ਜਿਹੜੇ ਛੋਟੂ ਰਾਮ ਹੋਰੀ 45 ਚ ਨਾ ਚੜਾਈ ਕਰਦੇ ਤੇ 75 ਚ ਉਹਨੂੰ ਦੌੜ ਗਿਆ ਤਾਂ ਕੋਈ ਇੱਥੇ ਪਾਕਿਸਤਾਨ ਨਹੀਂ ਬਣਨਾ, ਉਹਨੂੰ ਭੱਜ ਗਿਆ ਸੀ ਤਾਂ ਕਸ਼ਮੀਰ। ਇਸ ਕਰਕੇ ਜਿਹੜਾ ਸੀ ਸਾਡੇ ਜਿਹੜੇ ਲੀਡਰਾਂ ਦੀ ਸਿਰਫ ਅਸੀਂ ਕਾਂਗਰਸ ਨੂੰ ਦੋਸ਼ ਦਈਏ, ਉਹਦੇ ਵਿੱਚ ਬਰਾਬਰ ਦੇ ਬਾਕੀ ਦੋਸ਼ੀ ਵੀ ਬਰਾਬਰ ਦੇ ਦੋਸ਼ੀ ਨੇ। ਸਿੱਖਾਂ ਤੋਂ ਮੌਕਾ ਨਹੀਂ ਮਿਲਿਆ ਸਵਾਲ ਲੜਨ ਤੋਂ, ਕੁਰਬਾਨੀਆਂ ਦੇਣ ਤੋਂ, ਹੱਥਾਂ ਦੇਣ ਤੋਂ। ਬਸ ਚਲੋ ਆ ਜਾਓ ਆਪਾਂ ਅਗਲੀ ਕਾਲ ਲੈ ਲਈਏ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਦੋਨੇ ਭਾਈਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਿਆ ਤੁਸੀਂ ਦੀਪ ਸਿੱਧੂ ਦੀ ਗੱਲ ਕਰਤਾ ਕਿ ਮੈਂ ਹੁਣੇ ਆਨ ਕੀਤਾ? ਨਹੀਂ ਵੀਰੇ, ਅਸੀਂ ਪਹਿਲਾਂ ਲੰਬੀ ਚੌੜੀ ਕਰ ਚੁੱਕੇ ਆ, ਸਾਡਾ 4-3 ਘੰਟੇ ਦਾ। ਕੋਈ ਨਹੀਂ, ਤੁਸੀਂ ਕਰ ਲਓ। ਤੁਹਾਨੂੰ ਤੁਸੀਂ ਵੇਖੋ ਅੱਜ, ਕਿਉਂਕਿ ਇਸ ਗੱਲ ਨੂੰ ਬਾਰ-ਬਾਰ ਰਿਪੀਟ ਕਰਨ 'ਚ ਵੀ ਸਾਨੂੰ ਕੋਈ ਨਹੀਂ ਆ। ਅਸੀਂ ਸ਼ਰਧਾਂਜਲੀ ਸ਼ੁਰੂ 'ਚ ਅਰਪਣ ਕੀਤੀ ਔਰ ਉਦੋਂ ਬਾਅਦ ਜਿੰਨੀਆਂ ਵੀ ਕਾਲਸ ਆਈਆਂ ਨੇ, ਕਿਸੇ ਨੂੰ ਇਹ ਨਹੀਂ ਵੀ ਰਿਪੀਟ ਨਾ ਕਰੋ। ਤੁਸੀਂ ਆਪਣੀ ਗੱਲ ਕਹਿ ਸਕਦੇ ਹੋ, ਕੋਈ ਗੱਲ ਨਹੀਂ। ਮੈਂ ਤਾਂ ਇਹੀ ਪੁੱਛਣਾ ਸੀ ਵੀ ਕੀ ਮੈਂ ਕੁਛ ਦੇਖ ਰਿਹਾ ਸੀ ਇੱਥੇ ਸੋਸ਼ਲ ਮੀਡੀਆ ਤੇ, ਕੁਛ ਕਹਿੰਦੇ ਨਵੀਂ ਕੋਈ ਚੀਜ਼ ਨਿਕਲੀ ਆ ਉਹਦੇ ਕੋਲੋਂ। ਵੀਰੇ ਕੋਈ ਵਿਸ਼ਵਾਸ ਨਾ ਕਰੋ, ਰੱਬ ਦੇ ਵਾਸਤੇ ਉਹਦੀ ਰੂਹ ਨੂੰ ਜਿਹੜੀ ਸ਼ਾਂਤੀ ਦਿਓ, ਠੀਕ ਆ? ਓਕੇ, ਹਾਂ ਵਾ ਉਹੀ। ਇੱਕ ਵਾਅਦਾ ਕਰੋ, ਇੱਕ ਵਾਅਦਾ ਕਰ ਲਓ ਵੀ ਇੱਕ ਨਾ ਕਸਮ ਖਾ ਲਓ ਵੀ ਜਿਹੜਾ ਬਲੌਗਰ, YouTube ਵਾਲਾ, ਸੋਸ਼ਲ ਨੈਟਵਰਕ ਮੀਡੀਆ ਤੇ ਇਹੋ ਜਿਹੀ TRP ਲਈ ਕੋਈ ਇਹੋ ਜਿਹੀ ਚੀਜ਼ ਪਾਉਂਦਾ ਵਾ, ਇੱਕ ਵਾਰ ਪੁੱਟਿਆ ਪਹਾੜ ਤੇ ਨਿਕਲਿਆ ਚੂਹਾ ਨੂੰ ਬੈਨ ਕਰ ਦਿਓ। ਹਾਂ, ਇਹ ਪਤਾ ਨਹੀਂ ਕਿਉਂ ਲੋਕ ਏਦਾਂ ਕਰਦੇ ਆ। ਇਹਨਾਂ ਨੂੰ ਸਿਰਫ 576 ਕੇ ਹੋ ਗਏ, ਚੀਕਾਂ ਐ ਮਾਰੀ ਜਾਂਦੇ ਜਿਵੇਂ ਪਤਾ ਨਹੀਂ ਕੀ ਖਾਦਾ ਹੁੰਦਾ ਇਹਨਾਂ ਨੇ। ਜਿਹੜਾ ਬੰਦਾ ਜਹਾਨ 'ਚ ਨਹੀਂ ਰਿਹਾ ਦੇ ਲੋ, ਉਹ ਤੋਂ ਵੀ ਕਮਾਈ ਕਰਦੇ ਆ। ਹਾਂ, ਉੱਥੇ ਜਾ ਕੇ ਫੱਫੇ ਕੁੱਟਣੀਆਂ ਗੁੰਦੇ ਆ, ਸਿਆਪਾ ਕਰਨ। ਬਹੁਤ ਗਲਤ ਆ। ਮਿਹਰਬਾਨੀ, ਸੌਰੀ।
ਨਹੀਂ ਯਾਰ ਦੁੱਖ ਲੱਗਦਾ ਆ। ਹਾਂਜੀ ਅਗਲੀ ਕਾਰ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਪੱਟੀ ਸਾਹਿਬ ਨੂੰ ਸਵਾਲ ਸੀਗਾ ਜੀ, ਆਪਣਾ ਪੱਟੀ ਸਾਹਿਬ ਜਿਹੜੀ ਇਸ ਤੋਂ ਬਾਅਦ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਕਦੋਂ ਹੋ ਸਕਦੀ ਆ, ਤੇ ਜੇ ਇਲੈਕਸ਼ਨ ਹੁੰਦੀ ਆ ਤੇ ਉਹਦਾ ਕੀ ਰਿਜ਼ਲਟ ਆ ਸਕਦਾ ਜੀ, ਕੋਈ ਹੈ ਆਈਡੀਆ ਜੀ? ਅਜੇ ਨਾ ਪ੍ਰੋਪਰ 9 ਮਾਸ ਦਾ ਰਿਸ਼ਤਾ ਟੁੱਟਿਆ ਨਹੀਂ। ਜੁੜ ਗਿਆ ਜੀ, ਬਟ ਨੇ ਪ੍ਰੋਪਰ ਨਹੀਂ ਟੁੱਟਿਆ, 100% ਟੁੱਟਿਆ। ਜਿਹਦੀ ਝਲਕ ਤੁਹਾਨੂੰ ਪੱਟੀ ਸਾਹਿਬ ਤੁਸੀਂ ਬੜੇ ਭੋਲੇ ਹੋ, ਚੰਡੀਗੜ੍ਹ ਦੇ ਵਿੱਚ ਵੇਖਣ ਨੂੰ ਤਾਂ ਮਿਲੀ ਆ ਉੱਥੇ 9 ਮਾਸ ਦੀ ਮਾੜੀ ਮੋਟੀ ਉਹ ਜਿਹੜੀ ਚੱਲਦੀ ਪਈ ਹੈ। ਜਿੱਦਣ 9 ਮਾਸ ਦਾ ਰਿਸ਼ਤਾ ਮਾੜਾ ਉਦਣ ਹੀ ਭਾਈ ਸਾਹਿਬ ਐਨ ਵੇਖਿਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ ਵੀ, ਤੇ ਨਾਲ ਫਿਰ ਬਹੁਤ ਕੁਝ ਹੋਰ ਵੀ ਚੇਂਜ ਹੋਊ। ਹਾਂਜੀ ਜਿਹੜੀ ਤੁਸੀਂ ਸ਼੍ਰੋਮਣੀ ਕਮੇਟੀ ਦੀ ਚੋਣਾਂ ਦੀ ਗੱਲ ਕਰਦੇ ਹੋ ਕਿ ਇਸ ਸਾਲ ਦੇ ਵਿੱਚ ਸੰਭਵ ਜ਼ਰੂਰ ਹੈਗੀਆਂ ਜੇ ਕਿਤੇ ਪੰਜਾਬ ਸਰਕਾਰ ਨੇ ਚਾਹਿਆ। ਹਾਂ ਹੁਣ ਪੰਜਾਬ ਸਰਕਾਰ ਜੇ ਤੇ ਕੋਈ ਠੋਸ ਸਰਕਾਰ ਆ ਗਈ ਠੀਕ ਹੈ, ਤੇ ਜੇ ਲਟਕ ਵੀ ਆਈ ਤੇ ਫਿਰ ਤੋਂ ਐਸਜੀਪੀਸੀ ਚੋਣਾਂ ਧਿਆਨ ਜਾਣਾ ਹੀ ਉਧਰ। ਫਿਰ ਤਾਂ ਉਹ ਆਪਣੀ ਕੁਰਸੀ ਬਚਾਉਣ ਵਾਲੇ ਪਾਸੇ ਹੋਊਗੀ, ਕੁਰਸੀ ਬਚਾਓ ਪਰ ਬਸ ਬਸ ਬਸ। ਵੈਸੇ ਜਿਹੜੇ ਸਾਡੇ ਡਾਕਟਰ ਜਸਟਿਸ ਸਾਰੋ ਨੇ ਉਹਨਾਂ ਨੇ ਕਿਹਾ ਸੀ ਕਿ ਇਸ ਸਾਲ ਸ਼ਾਇਦ ਇਲੈਕਸ਼ਨ ਹੋ ਜਾਵੇ ਜੀ। ਚਲੋ ਜੇ ਨਹੀਂ ਹੋਈ ਉਹਨਾਂ ਦੀ 2 ਸਾਲ ਦੀ ਟੈਨਿਓਰ ਉਹ ਬਿਨਾਂ ਕੰਮ ਤੋਂ ਖਤਮ ਕਰਕੇ ਚਲੇ ਜਾਣ ਜੀ, ਨਵਾਂ ਜਸਟਿਸ ਫਿਰ ਆਏਗਾ ਜੀ। ਜਿਹੜੀ ਗੱਲ ਤੁਸੀਂ ਕਹੀ ਰਿਜ਼ਲਟ ਕੀ ਆਊਗਾ, ਰਿਜ਼ਲਟ ਸਾਹਮਣੇ ਸਪਸ਼ਟ ਆ ਜੀ। ਅੱਜ ਦੀ ਡੇਟ ਦੇ ਵਿੱਚ ਵੀ ਇਹ ਅਕਾਲੀ ਦਲ ਬਾਦਲ ਦਾ ਮੁਕਾਬਲਾ ਕਰਨ ਵਾਸਤੇ ਕੋਈ ਵੀ ਅਕਾਲੀ ਦਲ ਜਿਹੜਾ ਵਾ ਉਹਦੇ ਕੱਦ ਬੁੱਧਾ ਨਹੀਂ ਬਣਿਆ। ਆ ਜਿਹੜੀ ਇਲੈਕਸ਼ਨ ਹੋ ਰਹੀ ਆ ਵਿਧਾਨ ਸਭਾ ਦੀ, ਇਹ ਤੋਂ ਬਾਅਦ ਅਕਾਲੀ ਦਲ ਬਾਦਲ ਦੀਆਂ ਸੀਟਾਂ ਜੇ 10-12 ਆਉਂਦੀਆਂ ਤੇ ਫਿਰ ਇਹਦੇ ਵਿੱਚ ਇੱਕ ਵਾਰੀ ਫਿਰ ਬੜਾ ਤਕੜਾ ਬਦਲਾਅ ਆਊ ਜੀ। ਆਖਰਕਾਰ ਸੁਖਬੀਰ ਸਿੰਘ ਬਾਦਲ ਅਸਤੀਫਾ ਨਾ ਦੇਵੇ ਲੇਕਿਨ ਅਕਾਲੀ ਦਲ ਦੀ ਬੜੀ ਵੱਡੀ ਕੁੱਟ ਭਾਜੂ ਜੀ। ਬਦਲ ਹੈਗਾ ਉਹਨਾਂ ਕੋਲ। ਅਕਾਲੀ ਦਲ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ, ਕਿਉਂਕਿ ਰੀਜਨਲ ਪਾਰਟੀ ਤੋਂ ਬਗੈਰ ਤੁਸੀਂ ਆਪਣੇ ਸੂਬੇ ਦਾ ਵਿਕਾਸ ਨਹੀਂ ਕਰ ਸਕਦੇ। ਜਿਹੜੇ ਸੈਂਟਰਲ ਪਾਰਟੀਆਂ ਉਹਨਾਂ ਸੈਂਟਰ ਦੀ ਸੋਚਣੀ ਹੈ, ਤੁਹਾਡੇ ਵਿਕਾਸ ਦੀ ਕੋਈ ਗੱਲ ਨਹੀਂ ਕਿਸੇ ਕਰ ਜੀ। ਚਲੋ ਅਕਾਲੀ ਦਲ ਜ਼ਰੂਰੀ ਹੈ ਕਿ ਰੀਜਨਲ ਪਾਰਟੀ ਜ਼ਰੂਰੀ ਹੈ? ਰੀਜਨਲ ਪਾਰਟੀ ਜ਼ਰੂਰੀ ਹੈ। ਹਾਂ ਮੈਂ ਕਿਹਾ ਮੇਰੇ ਮੂੰਹ ਚੋਂ ਤੁਸੀਂ ਅਕਾਲੀ ਦਲ ਕਿਹਾ, ਮੇਰੇ ਖਿਆਲ ਚ ਕਹਿਣ ਲੱਗਾ ਸੀ ਭੱਠ ਪਿਆ ਸੋਣਾ ਜਿਹੜਾ ਕੰਨਾਂ ਨੂੰ ਖਾਵੇ। ਅਕਾਲੀ ਦਲ ਜ਼ਰੂਰੀ ਆ, ਪਰ ਕਿਹੜਾ ਅਕਾਲੀ ਦਲ ਜ਼ਰੂਰੀ ਆ? ਹੋਰ ਕੋਈ ਪਾਰਟੀ ਆ ਨਹੀਂ ਸਕਦੀ ਇੱਥੇ। ਨਹੀਂ ਅਕਾਲੀ ਦਲ ਕਿਹੜਾ ਜ਼ਰੂਰੀ ਹੈ? ਅਕਾਲੀ ਦਲ ਚਾਹੀਦਾ, ਅਕਾਲੀ ਦਲ ਚਾਹੀਦਾ, ABC ਨਹੀਂ ਚਾਹੀਦਾ ਨਾ, ਅਕਾਲੀ ਦਲ ਚਾਹੀਦਾ। ਬਿਲਕੁਲ ਅਕਾਲੀ ਦਲ ਚਾਹੀਦਾ, ਅਕਾਲੀ ਦਲ ਚਾਹੀਦਾ। ਅਕਾਲੀਆਂ ਦਾ ਮਤਲਬ ਕੀ ਸੀਗਾ? ਖੋਤੀ ਚੁੰਗਣ ਵਾਲਾ ਅਕਾਲੀ ਦਲ ਤਾਂ ਨਹੀਂ ਚਾਹੀਦਾ। ਨਹੀਂ 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 ਚੁੰਗਣਾ ਚਾਹੀਦਾ, ਅਕਾਲੀ ਦਲ ਚਾਹੀਦਾ। ਚਲੋ ਇਹ ਮੈਂ ਤਾਂ 100% ਸਹਿਮਤ ਨਹੀਂ, ਤੇ ਭੱਠ ਪਿਆ ਸੋਣਾ ਜਿਹੜਾ ਕੰਨਾਂ ਨੂੰ ਖਾਵੇ। ਆਜੋ ਚਲੋ 10 ਮਿੰਟ ਨੇ। ਜੀਤਾ ਮੌੜ ਤੇ ਬਿਮਲ ਕਾਂਤ ਤੋਂ ਈਡੀ ਨੇ 9 ਘੰਟੇ ਪੁੱਛਗਿੱਛ ਕੀਤੀ ਹੈ, ਔਰ ਇਹ ਵੀ ਪਤਾ ਲੱਗਾ ਇੰਟਰਨੈਟ ਕਾਲਾਂ ਦੀ ਜਾਂਚ ਸ਼ੁਰੂ ਆ, ਤੇ ਵਿਦੇਸ਼ੀਆਂ ਨੂੰ ਤਾਂ ਬਈ ਹੁਣ ਸਾਹ ਅੰਦਰ ਤੇ ਬਾਹਰ ਚਾਹੀਦਾ। ਪਤਾ ਕੀ ਹੈ ਪੱਟੀ ਸਾਹਿਬ, ਉੱਥੇ ਵੀ ਤੇ ਇੱਥੇ ਵੀ ਜਿਨ੍ਹਾਂ ਨੇ ਕੁਝ ਹੀ ਸਾਲਾਂ ਦੇ ਵਿੱਚ ਐਨ ਅੰਬਾਰ ਲਾਤੇ ਨਾ ਧਨ ਦੌਲਤਾਂ ਦੇ, ਪ੍ਰਾਪਰਟੀਆਂ ਇੱਧਰੋਂ ਉੱਧਰੋਂ, ਹਨਾ ਜੀ, ਸਿੱਧੀ ਇੱਕ ਸਰਕਾਰ ਦੇ ਖਾਤੇ ਨਹੀਂ ਜਾਣੇ ਚਾਹੀਦੇ ਹੁੰਦੇ, ਕੁਰਕੀਆਂ ਹੋਣੀਆਂ ਚਾਹੀਦੀਆਂ ਹੁੰਦੀਆਂ, ਨਿਲਾਮੀ ਹੋਣੀ ਚਾਹੀਦੀ ਆ। ਨਾਲ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨੇ, ਮੈਂ ਇੱਕ ਵਾਰੀ ਗੱਲ ਕਹੀ ਬੜੀ ਵੱਖੀ ਲੱਗੀ ਕਿਸੇ ਦੇ, ਮੈਂ ਕਿਹਾ 2 ਟਰੱਕ ਡਰਾਈਵਰ ਇਕੱਠੇ ਹੀ ਆਉਂਦੇ ਭਾਈ, ਭਰਤੀ ਹੁੰਦੇ ਆ ਹਨਾ, ਤੇ ਭਰਤੀ ਹੁੰਦੇ ਦੋਨੋਂ ਹੀ ਜਾਂਦੇ ਆ ਕੰਮ ਦੇ ਉੱਤੇ, ਉਹਨੂੰ ਵੀ ਉਨੀ ਤਨਖਾਹ ਮਿਲਦੀ, ਉਹਨੂੰ ਵੀ ਉਨੀ ਤਨਖਾਹ ਮਿਲਦੀ ਆ, ਤੇ ਇਕੱਠੇ ਹੀ ਆ ਪਿੱਛੋਂ। ਇੱਕ ਤਾਂ ਸਾਲ ਕੁ ਬਾਅਦ ਲੈ ਲੈਂਦਾ ਮਹਿਲ ਵਰਗਾ ਘਰ, ਦੂਜਾ ਜੇ ਦਿਹਾੜੀਆਂ ਹੀ ਕਰਦਾ ਪਿਆ, ਗੇੜੇ ਲਾਉਂਦਾ ਪਿਆ, ਉਹ ਇੱਕ ਦਾ ਗੇੜਾ ਲੱਗ ਜਾਂਦਾ। ਫਿਰ ਉਹ ਆਪਣੇ ਦੋਸਤ ਨੂੰ ਸੱਦਦਾ, ਕਹਿੰਦਾ ਵੀ ਆ ਵੀ ਮਿੱਤਰਾ ਆਪਾਂ ਨਾ ਫਲਾਣੇ ਵੀਕਐਂਡ ਤੇ ਪਰਿਵਾਰ ਲੈ ਕੇ ਘਰ ਲਿਆ ਤੇ ਆਉਣਾ ਬਈ। ਉਹ ਕਹਿੰਦਾ ਵੀ ਚੱਲ ਠੀਕ ਆ, ਡਿਨਰ ਕਰਦੇ ਆ। ਅੱਗੇ ਪਈਆਂ ਨੇ ਸੋਨੇ ਦੀ ਝਾਲ ਵਾਲੀਆਂ ਪਲੇਟਾਂ, ਚਿਮਚੇ, ਤੁਸੀਂ ਗੈਸ ਲਾਓ ਕਿੱਥੋਂ ਆ ਗਿਆ ਉਹ ਕਹਿੰਦਾ ਮੈਂ ਤਾਂ ਭਈਆ ਜੀ ਜਾਣਾ ਤੇਰੇ ਨਾਲ ਹੀ, ਇਕੱਠੇ ਸ਼ੁਰੂ ਕੀਤਾ ਸੀ ਕੰਮ, ਤੇ ਨਾਲ ਦੀ ਨੇ 12-12 ਦਰਜਨ ਇੱਧਰ ਪਾਈਆਂ ਹੁੰਦੀਆਂ, ਦਰਜਨ ਇੱਧਰ ਪਾਈਆਂ ਹੁੰਦੀਆਂ, ਡਾਇਮੰਡ ਦੀਆਂ ਉਹ ਵੀ, ਤੇ ਮੋਟਾ ਸਾਰਾ ਹਾਰ। ਤਾਂ ਫਿਰ ਇਹ ਕੰਮ ਪਈ ਐਵੇਂ ਤਾਂ ਨਹੀਂ ਹੋ ਜਾਂਦਾ। ਇਹ ਹੋਇਆ ਹੁਣ ਇੰਟਰਨੈਟ ਕਾਲਾਂ ਦੀ ਜਾਂਚ ਵੀ ਸ਼ੁਰੂ ਹੋ ਰਹੀ ਹੈ, ਕੀ ਕਹਿਣਾ ਚਾਹੋਗੇ? ਇਤਿਹਾਸ ਗਵਾਹ ਵਾ ਕਿੱਡੇ ਕਿੱਡੇ ਸਿਕੰਦਰ ਬਾਦਸ਼ਾਹ ਵਰਗੇ ਜਿਹੜੇ ਦੁਨੀਆ ਨੂੰ ਘਰੋਂ ਜਿੱਤਣ ਤੁਰੇ ਸੀ ਤੇ ਆਖਰਕਾਰ ਖਾਲੀ ਹੱਥ ਗਏ।
ਕਹਿਤਾ ਭਾਈ ਇੱਥੇ ਕੁਛ ਨਹੀਂ ਹੈਗਾ, ਬਸ ਸਮਾਜ ਸੇਵਾ ਕਰੋ ਜਿੰਨੀ ਕਰਨੀ। ਬਾਬੇ ਨਾਨਕ ਨੇ ਸੇਵਾ ਦਾ ਸੰਕਲਪ ਦਿੱਤਾ, ਲੇਕਿਨ ਅਸੀਂ ਪੈਸੇ ਇਕੱਠੇ ਕਰਨਾ। ਇੱਕ ਤਾਂ ਜਿਹੜੇ ਹੁੰਦੇ ਨਾ ਲਾਲਚ, ਇੱਕ ਲਾਲਚ ਹੁੰਦਾ ਵਾ, ਜਿਵੇਂ ਸਿੱਧੂ ਸਾਹਿਬ ਕਹਿੰਦੇ ਹੁੰਦੇ ਆ, ਭੁੱਖਾ ਤੇ ਰੱਖ ਜਾਂਦਾ ਵਾ, ਭੁੱਖੜ ਨਹੀਂ ਰੱਜਦਾ। ਠੀਕ ਹੈ ਜੀ, ਕਿਹੜੇ ਚੰਗੀ ਗੱਲ ਕਰਦੇ ਹੁੰਦਾ। ਇਹ ਭੁੱਖੜ ਨੇ, ਭੁੱਖੇ ਨਹੀਂ, ਇਹ ਭੁੱਖੜ ਲੋਕ ਨੇ। ਪੈਸੇ ਇਕੱਠੇ ਕਰ ਲੋ, ਪੈਸੇ ਇਕੱਠੇ ਕਰ ਲੋ, ਕਰਕੇ ਕਰੋਗੇ ਕੀ? ਕਿੱਥੇ ਲੈ ਜਾਓਗੇ ਇਹਨਾਂ ਨੂੰ ਜੀ? ਆਖਰਕਾਰ ਇਹ ਪੈਸੇ ਬਰਬਾਦ ਹੋਣੇ ਆ, ਸੰਭਾਲਣ ਵਾਲਾ ਕੋਈ ਨਹੀਂ ਰਹਿਣਾ ਤੁਹਾਡੇ ਕੋਲੇ ਜੀ। ਉਹਦੇ ਨਾਲ ਬੈਟਰ ਇਹ ਆ ਵੀ ਜੇ ਸਮਾਜ ਵਾਸਤੇ ਖਰਚ ਕਰ ਦਿਓ ਕਿ 4 ਦਿਨ ਲੋਕ ਤੁਹਾਨੂੰ ਯਾਦ ਕਰਨਗੇ ਜੀ ਫਲਾਣਾ ਬੰਦਾ ਹੈਗਾ ਜੀ। ਪੱਟੀ ਸਾਹਿਬ ਚਲੋ ਛੱਡੋ ਸਾਰੀਆਂ ਗੱਲਾਂ ਤੋਂ ਨਾ, ਮੈਂ ਤੁਹਾਡੇ ਕੋਲ ਇੱਕ ਸਵਾਲ ਬੜਾ ਅਹਿਮ ਪੁੱਛਣਾ ਆ। ਸ਼ਾਇਦ ਤੁਸੀਂ ਉਹਦੀ ਤਿਆਰੀ ਕੀਤੀ ਹੋਵੇ, ਪਤਾ ਨਹੀਂ, ਪਰ ਪਤਾ ਉਹ ਕਹਿੰਦੇ ਕਿ ਬਜ਼ੁਰਗਾਂ ਨੂੰ ਡੱਬੀ 'ਚ ਪਾ ਕੇ ਲੈ ਕੇ ਜਾਂਦੇ ਹੁੰਦੇ ਸੀਗੇ ਪੁਰਾਣੇ ਸਮੇਂ 'ਚ, ਬਰਾਤਾਂ ਬੰਨ੍ਹ ਦਿੰਦੇ ਹੁੰਦੇ ਸੀ, ਜਾਂ ਕੰਮ ਤੇ ਜਾਣਾ ਕਿ ਦੂਰ ਦਰੇਡੇ ਤੇ ਵੀ ਬਜ਼ੁਰਗ ਨੂੰ ਲੈ ਲਓ ਡੱਬੀ 'ਚ ਪਾ ਲਓ। ਇੱਕ ਤਾਂ ਬਜ਼ੁਰਗ ਸਾਡੇ ਪੰਥ ਰਤਨ ਜਿਹੜੇ ਨੇ ਉਹ ਇਸ ਵਾਰੀ ਲੱਗਦਾ ਕਿ ਸੀਟ ਜਿਹੜੀ ਛਤਰਨਾ ਸਿਆਹ ਮਾਰਨ ਵਾਲੀ ਸੀ, ਉਹ ਸਿਆਹ ਇਸ ਵਕਤ ਕਹਿੰਦੇ ਝਕਾਨੀਆਂ ਜਾਂਦਾ ਫਿਰਦਾ ਜੀ। ਪਰ ਦੂਜੇ ਪਾਸੇ ਸ਼ਾਹ ਜੀ ਆਏ ਸੀ, ਸਰੋਪਾ ਵੀ ਲੈ ਗਏ, ਕਹਿੰਦੇ ਜੀ ਉਹ ਤਾਂ ਪ੍ਰੋਟੋਕਾਲ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਹਾ ਜੀ ਉਹ ਤਾਂ ਆਏ ਨੇ ਇੱਥੇ ਸ਼ਰਧਾਲੂ। ਪਰ ਇਹ ਪਤਾ ਲੱਗਾ ਹੈ ਕਿ RSS ਦੇ ਖਿਲਾਫ ਜਾਰੀ ਕੀਤਾ ਹੁਕਮਨਾਮਾ ਵਾਪਸ ਲੈਣ ਲਈ ਕਿਹਾ ਜਥੇਦਾਰ ਨੂੰ, ਕੀ ਕਹਿਣਾ ਚਾਹੋ? 7 ਨਵੰਬਰ 2000 ਨੂੰ ਇੱਕ ਬਿਆਨ ਆਇਆ ਸੀ ਤਤਕਾਲੀ ਜਥੇਦਾਰ ਅਕਾਲ ਤਖਤ ਗਿਆਨੀ ਜੋਗਿੰਦਰ ਸਿੰਘ ਬਦਾਂਤੀ। ਡੇਟ ਦੱਸਿਓ ਜਰਾ। 7 ਨਵੰਬਰ 2000 ਪੂਰਾ। ਹਾਂ ਚਲੋ। ਉਹਦੇ ਤੇ ਬਕਾਇਦਾ ਤੌਰ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ RSS ਇੰਨਾ ਕਮਜ਼ੋਰ ਨਾ ਬਤੇ ਸਿੱਖਾਂ ਨੂੰ, ਸਿੱਖਾਂ ਦੇ ਸਿਰ ਦੇਣ ਵਾਲੇ ਦੇ ਸਿਰ ਲੈਣ ਵਾਲੀ ਅੱਜ ਵੀ ਕੋਈ ਕਮੀ ਨਹੀਂ ਹੈਗੀ। 9 ਨਵੰਬਰ 2000 ਨੂੰ ਉੱਤੇ ਟਿੱਪਣੀ ਕੀਤੀ ਸੀ ਪੰਜਾਬ ਦੇ ਮੁੱਖ ਮੰਤਰੀ ਨੇ, ਕਿਹਾ ਸੀ ਵੀ ਜਿਹੜੀ RSS ਆ ਉਹ ਦੇਸ਼ ਭਗਤ ਜਥੇਬੰਦੀ ਆ, ਜਿਹੜਾ ਉਹਦੇ ਖਿਲਾਫ ਬੋਲੇਗਾ ਉਹ ਗਦਾਰ ਹੋਏ। ਜਥੇਦਾਰ ਗਦਾਰ। 2004 ਦੇ ਜਦੋਂ ਸਰਕਾਰ ਆਪਣੀ ਨਹੀਂ ਰਹਿੰਦੀ ਤੇ ਬਕਾਇਦਾ ਤੌਰ ਤੇ ਅਕਾਲ ਤਖਤ ਤੋਂ ਇੱਕ ਹੁਕਮਨਾਮਾ ਜਾਰੀ ਹੁੰਦਾ RSS ਦੇ ਖਿਲਾਫ ਵੀ ਇਹ ਦੇਸ਼ ਵਿਰੋਧੀ ਨੇ, ਕੌਮ ਵਿਰੋਧੀ ਨੇ, ਸਿੱਖ ਵਿਰੋਧੀ ਨੇ, ਇਹਨਾਂ ਨਾਲ ਕਿਸੇ ਸਾਂਝ ਰੱਖੀ ਜਾਵੇ। ਉਹ ਹੁਕਮਨਾਮਾ ਰੱਦ ਕਰਾਉਣ ਵਾਸਤੇ ਜਿਹੜੀ BJP ਕਾਫੀ ਜ਼ੋਰ ਪਾਉਂਦੀ ਤੇ ਹਮੇਸ਼ਾ ਹੀ ਇਹ ਕਹਿ ਦਿੰਦੇ ਸੀ ਵੇਖੋ ਅਸੀਂ ਤੇ ਧਾਰਮਿਕ ਮਾਮਲੇ ਦਖਲਅੰਦਾਜ਼ੀ ਨਹੀਂ ਕਰਦੇ। ਇੱਕ ਉਹਨਾਂ ਕੋਲ ਇੱਕ ਨੁਕਤਾ ਆ ਗਿਆ ਕਿ BJP ਨੂੰ ਕਾਬੂ 'ਚ ਰੱਖਣ ਤੇ ਰਹਿਣ ਦਿਓ, ਹੁਕਮ ਜਾਰੀ ਰਹਿਣ ਦੀ ਕੋਈ ਗੱਲ ਨਹੀਂ, ਵੇਖਣ ਸੋਚਾਂਗੇ। ਹੁਣ ਚਰਚਾ ਇਹ ਆ ਵੀ ਬਕਾਇਦਾ ਤੌਰ ਤੇ 2 ਕੰਮ ਕੀਤੇ ਸ਼ਾਹ ਨੇ। ਸ਼ਾਹ ਨੇ ਇੱਕ ਤੇ ਕਹਿਤਾ ਭਾਈ ਸਾਡਾ 9 ਮਾਸ ਦਾ ਰਿਸ਼ਤਾ ਬਰਕਰਾਰ ਆ, ਅਸੀਂ ਅਕਾਲੀ ਦਲ ਨੂੰ ਕੁਛ ਨਹੀਂ ਕਹਿੰਦੇ, ਉਹ ਸਾਨੂੰ ਕੁਛ ਨਾ ਕਿਹਾ। ਅੱਛਾ, ਹੁਣ ਸਾਰੀ ਤੱਪੜ ਝਾਰੀ ਉਹ ਕਾਂਗਰਸ ਤੇ ਕੀਤੀ ਜਾਏਗੀ, ਆਪ ਇਹ ਭਾਜਪਾ ਵੀ ਕਰੇਗੀ। ਸਿੱਧੇ ਲਫ਼ਜ਼ਾਂ 'ਚ ਵੀ ਸਾਡੀ ਤੁਹਾਡੀਆਂ ਫਾਈਲਾਂ ਬੰਦ ਜੀ ਜੀ ਤਾਂ ਉਹਨਾਂ ਤੇ ਮਿੱਟੀ ਪੈਂਦੀ ਰਹੂਗੀ, ਕੋਈ ਝਾੜੂਗਾ ਨਹੀਂ। ਬਿਲਕੁਲ। ਦੂਜੇ ਪਾਸੇ ਇਹ ਚਰਚਾ ਹੈ ਵੀ ਜਥੇਦਾਰ ਨੂੰ ਨੇ ਫਿਰ ਕਿਹਾ ਭਾਈ ਬਾਬਾ ਜੀ ਤੁਸੀਂ ਵੇਖੋ ਜਿਹੜਾ ਸੱਚੇ ਸੁੱਧਾ ਰਾਮ ਰਹੀਮ ਸੀਗਾ, ਇੱਕ ਬਕਾਇਦਾ ਤੌਰ ਤੇ ਉਹਦੀ ਝੂਠੀ ਚਿੱਠੀ ਦੇ ਉਹਨੂੰ ਤੁਸੀਂ ਮਾਫੀ ਦੇ ਰੌਲਾ ਪਿਆ, ਮਾਫੀ ਤੁਸੀਂ ਵਾਪਸ ਲੈ ਲਈ, ਉਹਦੀ ਤੁਸੀਂ ਮਾਫੀ ਜਸਟੀਫਾਈ ਕਰਨ ਵਾਸਤੇ 90 ਲੱਖ ਦੇ ਇਸ਼ਤਿਹਾਰ ਵੀ ਦੇ ਦਿੱਤੇ। ਤੇ ਭਾਈ ਸਾਡਾ ਤੇ ਏਡਾ ਵੱਡਾ ਕੰਮ ਤਾਂ ਕੋਈ ਹੈ ਨਹੀਂ, ਜੇ ਉਹ ਹੁਕਮ ਤੁਸੀਂ ਵਾਪਸ ਲੈ ਸਕਦੇ ਹੋ ਤੇ ਫਿਰ ਇਹ ਵੀ ਲੈ ਲਓ, ਨਿਬੇੜ ਦਿਓ ਕੰਮ, ਅਸੀਂ ਤੁਹਾਡੇ ਹੀ ਆ ਜੀ, ਕੋਈ ਗੱਲ। ਹੁਣ ਜਥੇਦਾਰ ਸਾਹਿਬ ਦੇ ਵਿੱਚ ਇੰਨੀ ਸ਼ਕਤੀ ਨਹੀਂ ਸੀ, ਪੈਰ ਨਹੀਂ ਸੀ ਜੋ ਕਦੇ ਵੀ ਨਹੀਂ ਕਹਿਣ ਕਿ ਹਾਂ ਜੀ ਕੁਛ ਕਰਾਂਗੇ ਅਸੀਂ, ਉਹਨੇ ਕਿਹਾ ਜੀ ਵਿਚਾਰ ਕਰ ਲਾਂਗੇ। ਨਹੀਂ ਨਾਲ ਦੀ ਨਾਲ ਭਾਈ ਦੂਜੇ ਪਾਸੇ ਕਾਨਫਰੰਸਾਂ ਵੀ ਚੱਲਦੀਆਂ ਹੁੰਦੀਆਂ ਲਾਈਨਾਂ, ਜੀ 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 ਵਿਚਾਰ ਕਰ ਲਾਂਗੇ ਅਸੀਂ। ਉਹ ਉਧਰ ਹੀ ਵਾਪਸ ਹੋਣਾ ਵਾ ਜਿੱਦਣ ਬਾਦਲ ਪਿੰਡ ਤੋਂ ਕੋਈ ਨਾ ਕੋਈ ਸੰਦੇਸ਼ਾ ਆ ਗਿਆ ਵੀ ਆਹ ਕਰ ਦਿਓ, ਚੱਕ ਦਿਓ ਫੱਟਾ, ਕੋਈ ਗੱਲ। ਲੇਕਿਨ ਜਿਹੜਾ ਬਕਾਇਦਾ ਤੌਰ ਤੇ ਸ਼ਾਹ ਨੂੰ ਸਰੂਪਾ ਦਿੱਤਾ ਤੇ ਕੁਝ ਜਥੇਬੰਦੀ ਨੇ ਵਿਰੋਧ ਵੀ ਕੀਤਾ ਸੀ ਕਿ ਸਾਡੇ ਬੰਦੀ ਸਿੰਘ ਤੇ ਰਿਹਾਈ ਨਹੀਂ ਕਰ ਰਹੇ ਤੇ ਤੁਸੀਂ ਸਰੂਪੇ ਦੇ ਫਿਰਦੇ। ਇਹਨਾਂ ਨੂੰ ਪੁੱਛਿਆ ਤੁਸੀਂ ਇਹਨਾਂ ਨੂੰ ਇਹਦੇ ਬਾਰੇ ਚ? ਬਕਾਇਦਾ ਤੌਰ ਤੇ ਸਿੱਧੂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖਿਲਾਇਆ ਸੀ ਤੇ ਮੇਰੇ ਖਿਆਲ ਸ਼ਾਇਦ ਜਥੇਬੰਦੀ ਸਿੱਖ ਯੂਥ ਭਿੰਡਰਾਂ ਵਾਲੇ ਦੀ ਹੈ,
ਉਹ ਸਿੱਧੂ ਦੇ ਹੱਕ 'ਚ ਕੱਲ ਨੂੰ ਸ਼ਾਇਦ ਇੱਕ ਮੋਟਰਸਾਈਕਲ ਮਾਰਚ ਕਰ ਰਿਹਾ ਵੀ ਉਸ ਬੰਦੇ ਦੀ ਕੁਰਬਾਨੀ ਹੈ। ਉਹਨੇ ਜਾ ਕੇ ਜਿਹੜਾ ਸੀ ਇਹ ਲਾਂਘਾ ਖਲਾਇਆ ਸੀ ਤੇ ਅਸੀਂ ਕਹਿੰਦੇ ਵੀ ਨਨਕਾਣਾ ਸਾਹਿਬ ਲਾਂਘਾ ਵੀ ਜਿਹੜਾ ਸੀ ਉਹ ਲੈ ਕੇ ਜਾਓ। ਅੱਛਾ ਪੱਟੀ ਸਾਹਿਬ, ਇੱਕ ਸਵਾਲ ਇਹ ਪੈਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਉਹ ਸ਼ਰਧਾਲੂ ਦੇ ਤੌਰ ਤੇ ਆਏ, ਹੁਣ ਉਹ ਦੇਸ਼ ਦੇ ਗ੍ਰਹਿ ਮੰਤਰੀ ਦੇ ਤੌਰ ਤੇ ਆਏ ਕਿ ਜਾਂ RSS ਦੇ ਇੱਕ ਉਹ ਦੂਤ ਬਣ ਕੇ ਆਏ? ਦੇਖੋ ਚਾਵਲਾ ਸਾਹਿਬ, ਜਦੋਂ ਬੰਦਾ ਆਉਂਦਾ ਨਾ ਇੱਕ ਹੈਸੀਅਤ ਦੇ ਵਿੱਚ, ਉਹ ਗ੍ਰਹਿ ਮੰਤਰੀ ਵੀ ਸੀਗਾ, ਦੂਤ ਵੀ ਸੀਗਾ, ਅਮਿਤ ਸ਼ਾਹ ਵੀ ਸੀਗਾ, ਉਹ ਸਭ ਕੁਝ ਹੈਗਾ ਸੀ। ਉਹਨੂੰ ਇਹ ਆਪਣਾ ਚਣਕਿਆ ਕਹਿੰਦੇ, ਸਾਡਾ ਚਣਕਿਆ ਹੈ, ਤੇ ਬਾਕੀ ਪਿੱਛੇ ਕੀ ਰਹਿ ਗਿਆ? ਜਿਹੜੀ ਇਕੱਲਿਆਂ ਗੱਲ ਕਰਦਾ ਮਤਲਬ ਇਹ ਸੀ ਵੀ ਜਥੇਦਾਰੀ ਤੁਹਾਡੇ ਨਾਲ ਇਕੱਲਿਆਂ ਗੱਲ ਕਰਨੀ, ਮੈਂ ਬਾਕੀ ਸਾਰੇ ਬਾਹਰ ਕੱਢ ਦਿੱਤੇ, ਇਕੱਲਿਆਂ ਗੱਲ ਕੀਤੀ। ਇਹ ਮੈਂ ਤੁਹਾਨੂੰ ਚਰਚਾ ਕਹੀ ਹੈ, ਮੈਂ ਨਹੀਂ ਕਹਿੰਦਾ ਕਿਦਾਂ ਗੱਲ ਹੋਈ। ਚਰਚਾ ਇਸ ਗੱਲ ਦੀ ਇਸ ਕਰਕੇ ਹੈ ਵੀ ਪਹਿਲਾਂ ਵੀ ਉਹ ਕੋਸ਼ਿਸ਼ ਕਰ ਚੁੱਕੇ ਕਿ ਇਹ ਹੁਕਮਨਾਮਾ ਕਿਸ ਤਰੀਕੇ ਨਾਲ ਵਾਪਸ ਕਰਾਇਆ ਜਾਵੇ, ਤੇ ਹੁਣ ਵੀ ਗੱਲ ਜ਼ਰੂਰ ਕੀਤੀ ਹੋਊਗੀ ਕਿ ਜਥੇਦਾਰ ਦੇ ਪੈਰ ਭਾਰ ਨਹੀਂ ਝੁਕਦੇ ਵੀ ਮੈਂ ਇਹ ਫੈਸਲਾ ਲੈ ਲਵਾਂ। ਪਹਿਲੀ ਗੱਲ ਤੇ ਵੇਖੋ, ਜਥੇਦਾਰ ਨੂੰ ਆ ਕੇ ਮਿਲਿਆ, ਕੋਈ ਵੀ ਗੱਲ ਸੀਗੀ, ਜਥੇਦਾਰ ਨੂੰ ਉਹਦੀ ਗੱਲ ਕੋਈ ਮੰਨਣ ਤੋਂ ਕਹਿੰਦਾ ਜੀ ਤੁਸੀਂ ਆਪਣਾ ਜੋ ਲਿਖਤੀ ਦੇ ਦਿਓ, ਅਸੀਂ ਪੰਜ ਸਿੰਘ ਸਾਹਿਬ ਦੀ ਮੀਟਿੰਗ 'ਚ ਵਿਚਾਰ ਕਰਾਂਗੇ, ਫਿਰ ਦੱਸਾਂਗੇ ਅਸੀਂ ਕੀ ਕਰਾਂਗੇ। ਜੀ 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 ਜੀ। ਤੇ ਜੇ ਜਥੇਦਾਰ ਨੇ ਆਪਣੇ ਨਾਲ ਤੋਂ ਕੋਈ ਫੈਸਲਾ ਲਿਆ ਤੇ ਉਹ ਗਲਤ ਹੈ। ਪਹਿਲੀ ਗੱਲ ਤੇ ਲੈਣ ਦੀ ਸਮਰੱਥ ਹੈ ਨਹੀਂ, ਫਿਰ ਤੁਸੀਂ ਮੰਗ ਕਰ ਰਹੇ ਹੋ ਆਹ ਸਾਡੇ ਬੰਦੇ ਛੱਡੋ ਜੀ, ਆਹ ਸਾਡੇ ਗੁਰਦੁਆਰੇ। ਕਿਉਂ? ਇਹ ਮੰਗ ਜਿਹੜੀ ਹੈ ਸ਼੍ਰੋਮਣੀ ਕਮੇਟੀ ਕਰੇ, ਜਥੇਦਾਰੀ ਸੁਪਰੀਮੇਸੀ ਜਿਹੜੀ ਆ ਉਹ ਸਾਡੀ ਕੈਬਨਿਟ ਦੀ ਮੰਗ ਨਹੀਂ ਕਰੇਗੀ। ਤੁਸੀਂ ਹੁਕਮ ਦੇਣਾ ਹੈ, ਹੁਕਮ ਦੇਣਾ ਤੁਸੀਂ, ਪਰ ਇਸੇ ਕਰਕੇ ਤੁਸੀਂ ਬੇਬੀ ਜਥੇਦਾਰ ਕਹਿੰਦੇ ਹੋ। ਚਲੋ ਉਹ ਤੇ ਗਈ ਹੁਕਮ ਨਹੀਂ ਨਾ ਦੇਣਾ। ਫਿਰ ਤੁਸੀਂ ਜੇ ਬੇਬੀ ਜਥੇਦਾਰ ਕਹਿਤਾ ਤੇ ਉਹਨਾਂ ਨੂੰ ਹੁਕਮ ਦੇਣਾ ਆ ਗਿਆ ਹੁੰਦਾ। ਤੇ ਜੇ ਪੰਥ ਦਾ ਜਥੇਦਾਰ ਹੁੰਦਾ, ਪੰਥ ਨੇ ਚੁਣਿਆ ਹੁੰਦਾ, ਉਹਦੇ 'ਚ ਕੁਆਲਿਟੀਆਂ ਹੁੰਦੀਆਂ ਜਥੇਦਾਰ ਵਾਲੀਆਂ, ਤੇ ਫਿਰ ਉਹ ਹੁਕਮ ਦਿੰਦਾ। ਜਦੋਂ ਪ੍ਰੋਫੈਸਰ ਦਸ਼ਨ ਸਿੰਘ ਜਥੇਦਾਰ ਅਕਾਲ ਤਖਤ ਸ਼ੀਲਾ, ਉਹ ਜ਼ਬਾਨ ਦੇ ਬੜੇ ਧਨੀ ਸੀ, ਜਿੰਨੇ ਵੀ ਇੱਥੇ ਸੰਦੇਸ਼ ਲੈ ਕੇ ਆਏ ਸ਼ਾਂਤੀ ਦਾ, ਉਹਨੇ ਕਿਹਾ ਉਹ ਜੀਆਂ ਨੂੰ ਸਾਰਿਆਂ ਨੇ ਬਹਿਸ ਕੀਤੀ, ਸਾਰੇ ਵਾਪਸ ਮੋੜੇ, ਸਾਰਿਆਂ ਨੇ ਕਿਹਾ ਸਿੱਖ ਸਹੀ ਨੇ। ਅਸੀਂ ਜਥੇਦਾਰ ਨਾਲ ਗੱਲ ਕਰਕੇ ਉੱਥੇ ਸੁਨੀਲ ਦੱਤ ਆਇਆ, ਇੱਕ ਮੁਨੀ ਜਿਹੜਾ ਸੀ ਉਹ ਆਇਆ, ਦੋ ਕੁ ਬੰਦੇ ਹੋਰ ਆਏ, ਆਹ ਸਾਡੇ ਜਿਹੜੇ ਹੈਗੇ ਨੇ ਸੁਮਤ ਪਾਤਰ ਹੋਈ, ਸੁਮਤ ਪਾਤਰ ਜਿਹੜੇ ਸਵਾਮੀ ਜਿਹੜੇ ਹੈਗੇ ਨੇ, ਉਹ ਸਭ ਸਾਰੇ ਆਏ ਨੇ, ਸਾਰੇ ਕਨਵਿੰਸ ਹੋ ਕੇ ਗਏ ਨੇ ਵੀ ਸਿੱਖਾਂ ਦੀ ਮੰਗ ਜਾਇਜ਼ ਹੈ ਯਾਰ, ਕੁਝ ਤੁਸੀਂ ਗੌਰ ਕਰਦੇ ਹੋ। ਗੱਲ ਇਹ ਨਾ, ਅਸੀਂ ਆਪਣਿਆਂ ਨੂੰ, ਅਸੀਂ ਤਾਂ ਗਿਆਨੀ ਦੇਤ ਸਿੰਘ ਅੱਗੇ ਨੂੰ ਨਹੀਂ ਮੰਨਿਆ, ਉਹ ਵੀ ਚਲ ਗਿਆ ਸੀਗਾ, ਵੀ ਬਦਾਵੀਆ ਹੀ ਗਿਆ ਕਹਿੰਦੇ ਹਨਾ, ਤੇ ਇੱਧਰ ਪ੍ਰੋਫੈਸਰ ਦਰਸ਼ਨ ਸਿੰਘ ਜੀ ਕਾਲਾ ਚੋਲਾ ਪਾਈ ਫਿਰਦੇ ਨੇ। ਜੀ ਜੀ ਜੀ, ਚਲੋ ਦੇਈਓ ਹੋਵੇ ਛੁੱਟੀਆਂ। ਥੈਂਕ ਯੂ, ਸ਼ੁਕਰੀਆ, ਮਿਲਦੇ ਆ ਕੱਲ ਨੂੰ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।